ਪਿਆਰੇ ਵਿਦਿਆਰਥੀਓ, ਤੁਸੀਂ ਆਪਣੇ ਆਸ-ਪਾਸ ਦੇ ਪੌਦਿਆਂ ਵੱਲ ਧਿਆਨ ਦਿਓ। ਕੀ ਤੁਸੀਂ ਵੇਖਦੇ ਹੋ ਕਿ ਕੁਝ ਪੌਦੇ ਛੋਟੇ ਹਨ, ਕੁਝ ਵਿਸ਼ਾਲ, ਜਦ ਕਿ ਕੁਝ ਧਰਤੀ 'ਤੇ ਹਰੇ ਧੱਬਿਆਂ ਵਾਂਗ ਵਿਖਾਈ ਦਿੰਦੇ ਹਨ। ਕੁਝ ਪੌਦਿਆਂ ਦੇ ਪੱਤੇ ਹਰੇ ਹੁੰਦੇ ਹਨ, ਜਦ ਕਿ ਕੁਝ ਦੇ ਪੱਤੇ ਹਲਕੇ ਲਾਲ ਭਾਅ ਮਾਰਦੇ ਹਨ। ਕੁਝ ਪੌਦਿਆਂ ਦੇ ਫੁੱਲ ਵੱਡੇ ਅਤੇ ਲਾਲ ਹਨ, ਕੁਝ ਨੀਲੇ ਅਤੇ ਕੁਝ ਪੌਦਿਆਂ ਵਿੱਚ ਫੁੱਲ ਹੁੰਦੇ ਹੀ ਨਹੀਂ। ਤੁਸੀਂ ਆਪਣੇ ਆਸ-ਪਾਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਸਕਦੇ ਹੋ। ਆਓ ਅੱਜ ਅਸੀਂ ਪਾਠ 7ਵਾਂ ਪੌਦਿਆਂ ਨੂੰ ਜਾਣੋ ਬਾਰੇ ਪੜ੍ਹੀਏ ਅਤੇ ਪੌਦੇ ਦੇ ਵੱਖ-ਵੱਖ ਭਾਗਾਂ ਦੇ ਵਿਸ਼ੇ ਵਿੱਚ ਜਾਣਕਾਰੀ ਹਾਸਿਲ ਕਰੀਏ। ਇਸ ਨਾਲ ਸਾਨੂੰ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਵਿੱਚ ਅੰਤਰ ਸਮਝਣ ਵਿੱਚ ਸਹਾਇਤਾ ਮਿਲੇਗੀ। ਬੇਟਾ ਤੁਸੀਂ ਇੱਕ ਚਿੱਤਰ ਬਣਾਓਗੇ ਆਪਣੇ ਮਨਪਸੰਦ ਦਾ, ਜਿਹੜਾ ਵੀ ਪੌਦਾ ਤੁਹਾਨੂੰ ਅੱਛਾ ਲੱਗਦਾ ਹੈ, ਤੁਹਾਡੇ ਘਰ ਵਿੱਚ ਲੱਗਾ ਹੈ, ਤੁਹਾਡੇ ਆਸ-ਪਾਸ ਹੈ, ਉਸ ਪੌਦੇ ਦੀ ਇੱਕ ਤੁਸੀਂ ਡਾਇਗ੍ਰਾਮ ਬਣਾਓਗੇ। ਉਸ ਵਿੱਚ ਤੁਸੀਂ ਅਲੱਗ-ਅਲੱਗ ਭਾਗਾਂ ਦੀ ਪਹਿਚਾਣ ਕਰੋਗੇ ਕਿ ਉਹ ਕਿਹੜੇ-ਕਿਹੜੇ ਭਾਗ ਹਨ। ਜੋ ਤੁਸੀਂ ਡਾਇਗ੍ਰਾਮ ਬਣਾਓਗੇ ਤੇ ਉਸ ਵਿੱਚ ਕਿਹੜੇ-ਕਿਹੜੇ ਭਾਗ ਤੁਹਾਨੂੰ ਨਜ਼ਰ ਆਉਣਗੇ। ਸਭ ਤੋਂ ਪਹਿਲੇ ਕੀ ਨਜ਼ਰ ਆਉਣਗੀ? ਪੱਤੇ ਨਜ਼ਰ ਆਉਣਗੇ, ਟਹਿਣੀਆਂ ਨਜ਼ਰ ਆਉਣਗੀਆਂ, ਤਣਾ, ਫਲ ਵਾਲਾ ਪੌਦਾ ਹੋ ਸਕਦਾ ਹੈ, ਕੋਈ ਪੌਦਾ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਜਿਸ ਦੇ ਉੱਪਰ ਫੁੱਲ ਲੱਗੇ ਹਨ। ਫਿਰ ਉਸ ਤੋਂ ਬਾਅਦ ਨੇ ਜੜ੍ਹਾਂ। ਜੋ ਵੀ ਤੁਹਾਨੂੰ ਕਿਸੇ ਪੌਦੇ ਦੇ ਵਿੱਚ ਦਿਖਾਈ ਦਿੰਦਾ ਹੈ, ਉਸ ਪੌਦੇ ਦਾ ਤੁਸੀਂ ਇੱਕ ਡਾਇਗ੍ਰਾਮ ਬਣਾਓਗੇ। ਆਓ ਬੇਟਾ ਹੁਣ ਅਸੀਂ ਉਸ ਵਿੱਚ ਤੁਸੀਂ ਰੰਗ ਵੀ ਭਰੋਗੇ, ਆਪਣੇ ਮਨਪਸੰਦ ਦੇ ਰੰਗ। ਬੇਟਾ ਇੱਕ ਅਸੀਂ ਕਿਰਿਆ ਕਰਦੇ ਹਾਂ, ਕਿਰਿਆ ਨੰਬਰ 1, ਜਿਸ ਵਿੱਚ ਅਸੀਂ ਬੂਟੀ, ਝਾੜੀ ਅਤੇ ਰੁੱਖ ਵਿੱਚ ਅੰਤਰ ਪਤਾ ਕਰਨਾ ਹੈ ਕਿ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਇਹ ਪੌਦਾ ਜਿਹੜਾ ਹੈ ਇਹ ਬੂਟੀ ਹੈ, ਝਾੜੀ ਹੈ ਜਾਂ ਰੁੱਖ ਹੈ। ਬੇਟਾ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਬੂਟੀ ਕੀ ਹੁੰਦੀ ਹੈ। ਬੂਟੀ ਬੇਟਾ ਉਹ ਪੌਦੇ ਨੇ ਜਿਹੜੇ ਤੁਹਾਡੇ ਤੋਂ ਛੋਟੇ ਹਨ। ਜਿੰਨੀ ਤੁਹਾਡੀ ਹਾਈਟ ਹੈ, ਤੁਹਾਡੀ ਹਾਈਟ ਤੋਂ ਜਿਨ੍ਹਾਂ ਦੀ ਹਾਈਟ ਬਹੁਤ ਘੱਟ ਹੈ, ਉਹ ਸਾਰੇ ਪੌਦੇ ਜਿਹੜੇ ਨੇ ਉਹ ਕਿਹਦੇ ਵਿੱਚ ਆਉਂਦੇ ਨੇ? ਬੂਟੀ ਵਿੱਚ। ਸੈਕਿੰਡ ਨੰਬਰ, ਉਹ ਪੌਦੇ ਜਿਨ੍ਹਾਂ ਦੀ ਲੰਬਾਈ ਲਗਭਗ ਤੁਹਾਡੇ ਬਰਾਬਰ ਹੈ ਜਾਂ ਤੁਹਾਡੇ ਤੋਂ ਥੋੜ੍ਹੇ ਜਿਹੇ ਲੰਬੇ ਹਨ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਝਾੜੀ। ਉਹ ਸਾਰੇ ਪੌਦੇ ਝਾੜੀ ਹਨ। ਤੀਸਰੇ ਨੰਬਰ 'ਤੇ ਤੁਸੀਂ ਆਪਣੇ ਆਸ-ਪਾਸ ਬਹੁਤ ਵੱਡੇ ਦਰਖਤ ਚੜ੍ਹਿਆ ਦੇਖਦੇ ਹੋ, ਰੁੱਖ ਦੇਖਦੇ ਹੋ। ਤੁਸੀਂ ਹੁਣੇ ਬਹੁਤ ਸਾਰੀਆਂ ਡਾਇਗ੍ਰਾਮ ਵੀ ਦੇਖੀਆਂ ਇਸ ਵੀਡੀਓ ਦੇ ਵਿੱਚ। ਉਹ ਸਾਰੇ ਪੌਦੇ ਜਿਹੜੇ ਬਹੁਤ ਲੰਬੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਰੁੱਖ ਆਖਦੇ ਹਾਂ। ਬੇਟਾ ਤੁਸੀਂ ਹੁਣ ਇਸੇ ਬੇਸ 'ਤੇ ਇੱਕ ਚਾਰਟ ਬਣਾਓਗੇ, ਸਾਰਣੀ 7.1, ਜਿਵੇਂ ਤੁਹਾਨੂੰ ਇਸ ਡਾਇਗ੍ਰਾਮ ਵਿੱਚ ਵੀ ਦਿਖ ਰਹੀ ਹੈ। ਉਸ ਵਿੱਚ ਤੁਸੀਂ ਪੌਦਿਆਂ ਦੀਆਂ ਕਿਸਮਾਂ ਲਿਖੋਗੇ। ਪਹਿਲੇ 3-4 ਪੌਦੇ ਜਿਹੜੇ ਵੀ ਤੁਹਾਡੇ ਘਰ ਦੇ ਆਸ-ਪਾਸ ਜਾਂ ਤੁਹਾਡੇ ਘਰ ਲੱਗੇ ਨੇ, ਉਹਨਾਂ ਨੂੰ ਤੁਸੀਂ ਓਬਜ਼ਰਵ ਕਰੋਗੇ। ਪੌਦੇ ਦਾ ਨਾਮ ਲਿਖੋਗੇ ਸਭ ਤੋਂ ਪਹਿਲਾਂ। ਫਿਰ ਅਗਲੇ ਕਾਲਮ 'ਚ ਤੁਸੀਂ ਲਿਖੋਗੇ ਉਸ ਪੌਦੇ ਦੀ ਉਚਾਈ ਕਿੰਨੀ ਹੈ। ਉਹਨੂੰ ਤੁਸੀਂ ਮਿਣ ਸਕਦੇ ਹੋ। ਘਰ ਇੰਚੀ ਟੇਪ ਵਗੈਰਾ ਹੁੰਦਾ ਹੈ ਕਈਆਂ ਦੇ ਘਰ, ਹੈ ਨਾ, ਇੰਚੀ ਟੇਪ ਜਾਂ ਫੀਤਾ ਜੋ ਵੀ ਆਪਾਂ ਉਹਨੂੰ ਕਹਿੰਦੇ ਹਾਂ, ਉਹਦੇ ਨਾਲ ਆਪਾਂ ਉਹਨੂੰ ਮਿਣ ਸਕਦੇ ਹਾਂ। ਫਿਰ ਅਸੀਂ ਬੇਟਾ ਕਾਲਮ ਨੰਬਰ 2 ਬਣਾਉਣਾ ਹੈ। 2 ਦੇ ਵਿੱਚ ਫਿਰ ਅੱਗੇ ਅਸੀਂ ਉਹਦੇ 4 ਭਾਗ ਬਣਾਉਣੇ ਹਨ। ਸਭ ਤੋਂ ਪਹਿਲੀ ਲਾਈਨ 'ਚ ਅਸੀਂ ਲਿਖਣਾ ਹੈ ਕਿ ਪੌਦੇ ਦਾ ਤਣਾ ਜਿਹੜਾ ਹੈ ਉਹ ਹਰਾ ਕਿ ਨਹੀਂ। ਨੰਬਰ 2 'ਤੇ ਉਹ ਪੌਦੇ ਦਾ ਤਣਾ ਕਿਵੇਂ ਦਾ ਹੈ? ਨਰਮ ਹੈ ਕਿ ਨਹੀਂ। ਫਿਰ ਤਣਾ ਮੋਟਾ ਹੈ ਜਾਂ ਨਹੀਂ। ਫਿਰ ਕਠੋਰ ਹੈ ਜਾਂ ਨਹੀਂ। ਠੀਕ ਹੈ ਜੀ, ਇਹ ਹੋ ਗਿਆ ਤੁਹਾਡਾ ਕਾਲਮ ਨੰਬਰ 2। ਕਾਲਮ ਨੰਬਰ 3 ਦੇ ਵਿੱਚ ਅਸੀਂ ਟਾਹਣੀਆਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਲਿਖਾਂਗੇ ਕਿ ਟਾਹਣੀਆਂ ਜਿਹੜੀਆਂ ਨੇ ਉਹ ਇੱਕਦਮ ਤਣੇ ਦੇ ਆਧਾਰ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਮਤਲਬ ਜਿੱਥੋਂ ਤਣਾ ਸ਼ੁਰੂ ਹੁੰਦਾ ਉਸ ਦੇ ਨਾਲੋਂ ਹੀ ਕਈ ਪੌਦਿਆਂ ਦੇ ਵਿੱਚ ਟਾਹਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਾਂ ਫਿਰ ਪਹਿਲੇ ਥੋੜ੍ਹਾ ਜਿਹਾ ਤਣਾ ਵੱਡਾ ਹੁੰਦਾ ਹੈ, ਫਿਰ ਉਸ ਦੇ ਉੱਪਰੋਂ ਜਿਹੜੀਆਂ ਟਹਿਣੀਆਂ ਨਿਕਲਦੀਆਂ ਹਨ। ਕਾਲਮ ਨੰਬਰ 4 ਦੇ ਵਿੱਚ ਤੁਸੀਂ ਲਿਖੋਗੇ ਪੌਦੇ ਦੀ ਕਿਸਮ, ਕਿ ਹੁਣ ਜੋ ਕੁਝ ਤੁਸੀਂ ਦੇਖਿਆ ਉਸ ਦੇ ਆਧਾਰ 'ਤੇ ਤੁਸੀਂ ਇਸ ਪੌਦੇ ਨੂੰ ਬੂਟੀ ਵਿੱਚ ਰੱਖੋਗੇ, ਰੁੱਖ ਵਿੱਚ ਜਾਂ ਫਿਰ ਝਾੜੀ ਵਿੱਚ। ਠੀਕ ਹੈ ਜੀ। ਸਾਨੂੰ ਵੀ ਇਹ ਦੇਖਣਾ ਪਏਗਾ ਕਿ ਜਿਹੜੀਆਂ ਟਾਹਣੀਆਂ ਨੇ ਉਹ ਧਰਤੀ ਦੇ ਕੋਲ ਤਣੇ ਦੇ ਆਧਾਰ ਤੋਂ ਜਾਂ ਕੁਝ ਉਚਾਈ ਤੋਂ ਨਿਕਲਦੀਆਂ ਹਨ। ਅਸੀਂ ਧਿਆਨ ਲਗਾ ਕੇ ਦੇਖਾਂਗੇ ਕਿ ਸਾਰੇ ਪੌਦਿਆਂ ਵਿੱਚ ਜਿਹੜੀਆਂ ਟਹਿਣੀਆਂ ਨੇ ਉਹ ਕਿੱਥੋਂ ਆ ਰਹੀਆਂ ਨੇ, ਉਹਨਾਂ ਦਾ ਤਣਾ ਕਿਵੇਂ ਦਾ ਹੈ,
ਔਰ ਉਹਨਾਂ ਦੀ ਉਚਾਈ ਜਿਹੜੀ ਹੈ ਕਿੱਦਾਂ ਦੀ ਹੈ। ਪੌਦਿਆਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ, ਇਸ ਚੀਜ਼ ਦਾ ਬੇਟਾ ਤੁਸੀਂ ਧਿਆਨ ਰੱਖੋਗੇ। ਨਰਮ ਤਣੇ ਵਾਲੇ ਪੌਦਿਆਂ ਦਾ ਅਧਿਐਨ ਕਰਨ ਲਈ ਤੁਸੀਂ ਕੋਈ ਨਦੀਨ ਦਾ ਵੀ ਪ੍ਰਯੋਗ ਕਰ ਸਕਦੇ ਹੋ। ਤੁਸੀਂ ਦੇਖਿਆ ਹੋਣਾ ਘਰ ਵੀ ਕਈ ਵਾਰ ਆਪਣੇ ਆਪ ਹੀ ਕੁਝ ਪੌਦੇ ਜਿਹੜੇ ਨੇ ਉੱਗ ਜਾਂਦੇ ਹਨ, ਜਿਹੜੇ ਕਿ ਸਾਨੂੰ ਚਾਹੀਦੇ ਨਹੀਂ ਹੁੰਦੇ, ਅਣਚਾਹੇ ਪੌਦੇ ਕਈ ਵਾਰ ਫਸਲ ਦੇ ਨਾਲ ਵੀ ਉੱਗ ਜਾਂਦੇ ਨੇ, ਉਹਨਾਂ ਨੂੰ ਅਸੀਂ ਕੀ ਆਖਦੇ ਹਾਂ, ਨਦੀਨ। ਇਹਨਾਂ ਲੱਛਣਾਂ ਦੇ ਆਧਾਰ ਤੇ ਅਸੀਂ ਬਹੁਤੇ ਪੌਦਿਆਂ ਨੂੰ 3 ਵਰਗਾਂ ਵਿੱਚ ਵੰਡਾਂਗੇ, ਜਿਵੇਂ ਪਹਿਲੇ ਹੀ ਦੱਸਿਆ ਹੈ। ਹਰੇ ਅਤੇ ਨਰਮ ਤਣੇ ਵਾਲੇ ਪੌਦੇ, ਉਹਨਾਂ ਨੂੰ ਅਸੀਂ ਕੀ ਆਖਾਂਗੇ, ਬੂਟੀ। ਔਰ ਉਹਨਾਂ ਦਾ ਆਕਾਰ ਵੀ ਕੀ ਹੁੰਦਾ ਹੈ, ਉਹ ਬਹੁਤ ਛੋਟੇ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਅਕਸਰ ਜਿਹੜੀਆਂ ਸ਼ਾਖਾਵਾਂ ਨੇ ਉਹ ਨਹੀਂ ਹੁੰਦੀਆਂ। ਉਸ ਤੋਂ ਬਾਅਦ ਬੇਟਾ ਅਸੀਂ ਕੀ ਕਰਾਂਗੇ, ਕੁਝ ਪੌਦੇ ਜਿਹੜੇ ਨੇ ਤੁਸੀਂ ਦੇਖੋਗੇ ਉਹਨਾਂ ਵਿੱਚ ਟਾਹਣੀਆਂ ਤਣੇ ਦੇ ਆਧਾਰ ਦੇ ਕੋਲੋਂ ਹੀ ਨਿਕਲ ਜਾਂਦੀਆਂ। ਜਿੱਥੋਂ ਤਣਾ ਨਿਕਲ ਰਿਹਾ ਉੱਥੋਂ ਹੀ ਟਹਿਣੀਆਂ ਨਿਕਲ ਰਹੀਆਂ ਨੇ। ਤਣਾ ਸਖਤ ਹੁੰਦਾ ਹੈ ਪਰੰਤੂ ਕੋਈ ਜ਼ਿਆਦਾ ਮੋਟਾ ਨਹੀਂ ਹੁੰਦਾ। ਔਰ ਇਹਨਾਂ ਦਾ ਆਕਾਰ ਜਿਹੜਾ ਹੈ ਲਗਭਗ ਜਿੰਨੇ ਕੁ ਤੁਹਾਡਾ ਆਕਾਰ ਹੈ, ਜਿੰਨੇ ਲੰਬੇ ਤੁਸੀਂ ਹੋ ਇੰਨੇ ਕੁ ਲੰਬੇ ਹੁੰਦੇ ਹਨ ਇਹ ਪੌਦੇ, ਜਾਂ ਥੋੜ੍ਹੇ ਜਿਹੇ ਉਸ ਤੋਂ ਲੰਬੇ ਹੋ ਸਕਦੇ ਹਨ। ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਝਾੜੀ। ਔਰ ਉਸ ਤੋਂ ਬਾਅਦ ਉਹ ਸਾਰੇ ਪੌਦੇ ਨੇ ਜਿਹੜੇ ਬਹੁਤ ਉੱਚੇ ਹਨ, ਜਿਨ੍ਹਾਂ ਦੇ ਤਣੇ ਵੀ ਬਹੁਤ ਸਖਤ ਅਤੇ ਗੂੜੇ ਭੂਰੇ ਰੰਗ ਦੇ ਹੁੰਦੇ ਹਨ। ਇਹਨਾਂ ਦੀਆਂ ਟਾਹਣੀਆਂ ਜਿਹੜੀਆਂ ਨੇ ਧਰਤੀ ਤੋਂ ਜ਼ਿਆਦਾ ਉਚਾਈ ਤੇ ਤਣੇ ਦੇ ਉੱਪਰਲੇ ਭਾਗ ਤੋਂ ਨਿਕਲਦੀਆਂ ਹਨ। ਇਹਨਾਂ ਨੂੰ ਅਸੀਂ ਕੀ ਆਖਦੇ ਹਾਂ, ਰੁੱਖ ਆਖਦੇ ਹਾਂ। ਉੱਪਰ ਦਿੱਤੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਤੁਸੀਂ ਸਾਰਣੀ ਜਿਹੜੀ ਹੈ ਉਹ ਆਪਣੀ ਬਣਾ ਸਕਦੇ ਹੋ। ਸਾਰਣੀ 7.1, ਠੀਕ ਹੈ ਜੀ। ਤੁਸੀਂ 4-5 ਪੌਦੇ ਜਿਹੜੇ ਨੇ ਉਹਨਾਂ ਨੂੰ ਦੇਖੋਗੇ, ਫਿਰ ਉਹਨਾਂ ਦੇ ਤਣਾ ਦੇਖੋਗੇ, ਉਹਨਾਂ ਦਾ ਤਣੇ ਦਾ ਰੰਗ ਦੇਖੋਗੇ, ਤਣਾ ਨਰਮ ਹੈ ਕਿ ਨਰਮ ਨਹੀਂ ਹੈ ਇਹ ਦੇਖੋਗੇ, ਅਤੇ ਉਹਨਾਂ ਦੇ ਬਾਰੇ ਤੁਸੀਂ ਆਸਾਨੀ ਨਾਲ ਲਿਖ ਸਕਦੇ ਹੋ ਔਰ ਪਹਿਚਾਨ ਸਕਦੇ ਹੋ ਕਿ ਇਹ ਪੌਦਾ ਬੂਟੀ ਹੈ, ਝਾੜੀ ਹੈ ਜਾਂ ਫਿਰ ਰੁੱਖ ਹੈ। ਬੇਟਾ ਕਮਜ਼ੋਰ ਤਣੇ ਵਾਲੇ ਪੌਦੇ ਤੁਸੀਂ ਦੇਖਿਆ ਹੋਣਾ, ਉਹ ਸਿੱਧੇ ਖੜੇ ਨਹੀਂ ਹੋ ਸਕਦੇ, ਉਹ ਕਈ ਵਾਰ ਧਰਤੀ 'ਤੇ ਹੀ ਫੈਲਣਾ ਸ਼ੁਰੂ ਹੋ ਜਾਂਦੇ ਨੇ, ਉੱਪਰ ਆ ਹੀ ਨਹੀਂ ਸਕਦੇ। ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਵੇਲ। ਉਹ ਧਰਤੀ ਦੇ ਉੱਪਰ ਹੀ ਰਿੰਗਦੀ ਰਹਿੰਦੀ ਹੈ, ਇਸ ਲਈ ਤੁਸੀਂ ਕਹਿੰਦੇ ਆ ਰਿੰਗਣ ਵਾਲੀ ਵੇਲ, ਠੀਕ ਹੈ ਜੀ। ਜਦ ਕਿ ਕੁਝ ਪੌਦੇ ਆਸ-ਪਾਸ ਕੋਈ ਪਿਆ ਹੈ, ਕੋਈ ਮੰਨ ਲਓ ਦੀਵਾਰ ਹੈ ਜਾਂ ਕੋਈ ਰੁੱਖ ਲੱਗਾ ਹੈ ਜਾਂ ਕੋਈ ਹੋਰ ਵੀ ਕੋਈ ਚੀਜ਼ ਪਈ ਹੈ ਤੇ ਉਸ ਦੇ ਸਹਾਰੇ ਦੇ ਨਾਲ ਉੱਪਰ ਚੜ੍ਹ ਜਾਂਦੇ ਹਨ, ਅਜਿਹੇ ਪੌਦੇ ਨੂੰ ਅਸੀਂ ਵੇਲ ਆਖਦੇ ਹਾਂ। ਇੱਕ ਹੁੰਦੀ ਹੈ ਰਿੰਗਣ ਵਾਲੀ ਵੇਲ ਜੋ ਧਰਤੀ 'ਤੇ ਹੀ ਰਿੰਗਦੀ ਹੈ, ਠੀਕ ਹੈ ਜੀ। ਔਰ ਦੂਸਰੀ ਕੀ ਹੈ, ਉਹ ਵੇਲ ਜਿਹਨੂੰ ਕੋਈ ਵੀ ਜਦੋਂ ਸਹਾਰਾ ਆਸ-ਪਾਸ ਮਿਲਦਾ ਹੈ ਤਾਂ ਉਸਦੇ ਉੱਪਰ ਚੜ੍ਹ ਜਾਂਦੇ ਹਨ, ਠੀਕ ਹੈ ਜੀ। ਉਸਨੂੰ ਅਸੀਂ ਕਹਿੰਦੇ ਹਾਂ ਵੇਲ। ਇਹ ਬੇਟਾ ਜਿਹੜੀਆਂ ਵੇਲਾਂ ਨੇ ਸਾਡੀਆਂ, ਇਹ ਬੂਟੀ, ਝਾੜੀ ਅਤੇ ਰੁੱਖ ਤੋਂ ਬਿਲਕੁਲ ਅਲੱਗ ਹੁੰਦੀਆਂ ਹਨ। ਤੁਸੀਂ ਆਪਣੇ ਘਰ ਜਦੋਂ ਦੇਖਦੇ ਹੋ, ਸਕੂਲ ਦੇ ਵਿੱਚ ਵੀ ਦੇਖਿਆ ਹੋਏਗਾ, ਬਹੁਤ ਸਾਰੇ ਪੌਦੇ ਤੁਸੀਂ ਪਾਣੀ ਦਿੰਦੇ ਹੋ, ਕੁਝ ਪੌਦੇ ਤੁਹਾਨੂੰ ਵੈਸੇ ਮਨਪਸੰਦ ਦੇ ਹੁੰਦੇ ਹਨ ਅਤੇ ਤੁਸੀਂ ਬਾਰ-ਬਾਰ ਉਹਨਾਂ ਨੂੰ ਦੇਖਦੇ ਹੋ। ਉਹਨਾਂ ਪੌਦਿਆਂ ਦੇ ਬੇਟਾ ਤੁਸੀਂ ਨਾਂ ਵੀ ਲਿਖੋਗੇ ਜਿੰਨੇ ਤੁਸੀਂ ਲਿਖ ਸਕਦੇ ਹੋ। ਆਓ ਅਸੀਂ ਤਣੇ ਬਾਰੇ ਦੇਖੀਏ। ਪਹਿਲੇ ਅਸੀਂ ਇੱਕ ਕਿਰਿਆ ਕਰਦੇ ਹਾਂ, ਠੀਕ ਹੈ ਜੀ। ਇਸ ਕਿਰਿਆ ਨੂੰ ਕਿਵੇਂ ਕਰਨਾ ਹੈ, ਬੜੀ ਇੰਟਰਸਟਿੰਗ ਕਿਰਿਆ ਹੈ। ਕਿਰਿਆ ਨੂੰ ਕਰਨ ਦੇ ਲਈ ਕੀ ਚਾਹੀਦਾ ਤੁਹਾਨੂੰ, ਇੱਕ ਗਿਲਾਸ ਲੈ ਲਓ, ਕੱਚ ਦਾ ਗਿਲਾਸ, ਉਸ ਵਿੱਚ ਪਾਣੀ ਪਾ ਦਿਓ, ਠੀਕ ਹੈ ਜੀ। ਪਾਣੀ ਨਾਲ ਉਹਨੂੰ ਭਰ ਦਿਓ, ਪਰ ਉੱਪਰ ਤੱਕ ਨਹੀਂ ਭਰਨਾ, ਥੋੜ੍ਹਾ ਜਿਹਾ ਉਹਨੂੰ ਖਾਲੀ ਰਹਿਣ ਦੇਣਾ। ਉਸ ਵਿੱਚ ਤੁਸੀਂ ਕੋਈ ਵੀ ਲਾਲ ਸ਼ਾਹੀ ਜਾਂ ਨੀਲੀ ਸ਼ਾਹੀ, ਜੇ ਨਹੀਂ ਹੈ ਕੋਈ ਸ਼ਾਹੀ ਤਾਂ ਤੁਸੀਂ ਨੀਲ ਵਰਤ ਸਕਦੇ ਹੋ, ਜਾਂ ਕੋਈ ਪੁਰਾਣਾ ਪੈਨ ਖਰਾਬ ਹੋਇਆ ਹੈ ਤਾਂ ਉਸ ਦਾ ਰੀਫਿਲ ਦੀ ਸ਼ਾਹੀ ਜਿਹੜੀ ਹੈ ਉਹ ਵੀ ਵਰਤ ਸਕਦੇ ਹੋ। ਉਸ ਪਾਣੀ ਵਿੱਚ ਉਹਨੂੰ ਪਾ ਦਿਓ, ਸ਼ਾਹੀ ਨੂੰ। ਕੋਈ ਛੋਟਾ ਜਿਹਾ ਬੂਟਾ ਜਿਹੜਾ ਉਹਨੂੰ ਪੁੱਟ ਲਓ, ਜਿਵੇਂ ਪਹਿਲੇ ਹੀ ਦੱਸਿਆ ਨਦੀਨ ਲੈ ਲਓ, ਆਪਣੇ ਆਪ ਹੀ ਛੋਟੇ ਛੋਟੇ ਬੂਟੇ ਜਿਹੜੇ ਕਈ ਵਾਰੀ ਉੱਗ ਪੈਂਦੇ ਆ ਸਾਡੇ ਦੀਵਾਰਾਂ ਦੇ ਨਾਲ। ਬੂਟੇ ਦੇ ਤਣੇ ਨੂੰ ਧਰਤੀ ਨੇੜਿਓਂ ਕੱਟ ਕੇ ਗਲਾਸ ਵਿੱਚ ਰੱਖ ਦਿਓ, ਠੀਕ ਹੈ ਜੀ। ਜੜ ਨਾ ਹੋਵੇ, ਸਿਰਫ ਤਣਾ ਤੇ ਉਹਦੇ ਪੱਤੇ ਵਗੈਰਾ ਹੋਣ, ਉਹਨੂੰ ਗਲਾਸ ਵਿੱਚ ਰੱਖ ਦਿਓ। ਫਿਰ ਤੁਸੀਂ ਕੀ ਦੇਖਦੇ ਹੋ, ਉਹਨੂੰ ਪਿਆ ਰਹਿਣ ਦਿਓ ਇੱਕ ਦਿਨ। ਅਗਲੇ ਦਿਨ
ਉਸ ਪੌਦੇ ਨੂੰ ਧਿਆਨ ਨਾਲ ਦੇਖੋ, ਉਹਨਾਂ ਦੀਆਂ ਟਹਿਣੀਆਂ 'ਤੇ ਕੀ ਹੋਇਆ। ਤੁਸੀਂ ਕੀ ਦੇਖਦੇ ਹੋ ਕਿ ਜਿਹੜੇ ਰੰਗ ਦੀ ਤੁਸੀਂ ਸ਼ਾਈ ਵਰਤੀ ਹੈ, ਪੌਦਾ ਜਿਹੜਾ ਤੁਸੀਂ ਲਿਆ ਸੀ, ਬੂਟੀ ਜਿਹੜੀ ਲਈ ਸੀ, ਉਸ ਦੇ ਕੁਝ ਭਾਗਾਂ 'ਤੇ ਉਹ ਰੰਗ ਜਿਹੜਾ ਤੁਹਾਨੂੰ ਨਜ਼ਰ ਆਏਗਾ। ਲਾਲ ਰੰਗ, ਨੀਲਾ ਰੰਗ, ਜਿਹੜਾ ਵੀ ਤੁਸੀਂ ਵਰਤਿਆ ਹੈ। ਇਹਦਾ ਮਤਲਬ ਕਿ ਤਣਾ ਜਿਹੜਾ ਹੈ ਪੌਦੇ ਦਾ, ਉਹ ਕਿਸ ਚੀਜ਼ ਦਾ ਕੰਮ ਕਰਦਾ ਹੈ? ਤਣੇ ਵਿੱਚ ਪਾਣੀ ਉੱਪਰ ਚੜ੍ਹਦਾ ਹੈ। ਠੀਕ ਹੈ, ਤਣਾ ਪਾਣੀ ਨੂੰ ਉੱਪਰ ਲੈ ਕੇ ਜਾਣ ਦਾ ਕੰਮ ਕਰਦਾ ਹੈ ਤਾਂ ਕਿ ਪਾਣੀ ਪੱਤਿਆਂ ਤੱਕ ਪਹੁੰਚ ਸਕੇ। ਤੁਸੀਂ ਤਣੇ ਦੀ ਮੋਟਾਈ ਵਿੱਚ ਜੇ ਤੁਸੀਂ ਉਹਨੂੰ ਕੱਟ ਕੇ ਦੇਖੋਗੇ ਬਲੇਡ ਦੇ ਨਾਲ ਤਣੇ ਨੂੰ, ਤੇ ਉਸ ਦੇ ਵਿੱਚ ਵੀ ਤੁਹਾਨੂੰ ਉਹ ਰੰਗ ਜਿਹੜਾ ਹੈ ਉਹ ਦਿਖਾਈ ਦੇਵੇਗਾ, ਜਿਸ ਤੋਂ ਅਸੀਂ ਇਹ ਸਿੱਧ ਕਰ ਸਕਦੇ ਹਾਂ ਕਿ ਪੌਦੇ ਜਿਹੜੇ ਨੇ, ਪੌਦੇ ਦਾ ਤਣਾ ਜਿਹੜਾ ਹੈ ਉਹ ਪਾਣੀ ਦਾ ਟਰਾਂਸਪੋਰਟ ਕਰਦਾ ਹੈ, ਪਾਣੀ ਨੂੰ ਜੜ੍ਹਾਂ ਤੋਂ ਪੌਦੇ ਦੇ ਬਾਕੀ ਸਾਰੇ ਹਿੱਸਿਆਂ ਤੱਕ, ਪੱਤਿਆਂ ਤੱਕ ਪਹੁੰਚਾਉਂਦਾ ਹੈ, ਜਿਸ ਨੂੰ, ਇਸ ਕਿਰਿਆ ਨੂੰ ਅਸੀਂ ਕੀ ਕਹਿੰਦੇ ਹਾਂ? ਸਵੈਹਨ ਕਿਰਿਆ। ਪਾਣੀ ਦਾ ਸਵੈਹਨ ਔਰ ਕੌਣ ਕਰਦਾ ਹੈ? ਤਣਾ। ਇਸੇ ਤਰ੍ਹਾਂ ਜਿਸ ਤਰ੍ਹਾਂ ਲਾਲ ਸ਼ਾਹੀ ਉੱਪਰ ਤੱਕ ਚਲੇਗੀ, ਪੌਦੇ ਜਿਹੜੇ ਨੇ ਉਹ ਖਣਿਜ ਪਦਾਰਥ ਜਿਹੜੇ ਮਿੱਟੀ ਵਿੱਚ ਘੁਲੇ ਹੋਏ ਹੁੰਦੇ ਹਨ, ਪਾਣੀ ਦੇ ਨਾਲ ਉਹ ਤਣੇ ਵਿੱਚ ਉੱਪਰ ਤੱਕ ਬਾਕੀ ਸਾਰੇ ਹਿੱਸਿਆਂ ਤੱਕ ਪੌਦੇ ਦੇ ਪਹੁੰਚਦੇ ਹਨ। ਪਾਣੀ ਅਤੇ ਖਣਿਜ ਤਣੇ ਦੀਆਂ ਪਤਲੀਆਂ ਪਤਲੀਆਂ ਨਾਲੀਆਂ ਦੁਆਰਾ ਸਾਰੇ ਭਾਗਾਂ ਤੱਕ ਪਹੁੰਚਦੇ ਹਨ। ਬਟ ਫੁੱਲ ਜਿਹੜਾ ਤੁਸੀਂ ਕੋਈ ਵੀ ਪੌਦਾ ਲਿਆ ਸੀ ਜਿਸ ਅਸੀਂ ਇਹ ਕਿਰਿਆ ਕੀਤੀ ਹੈ, ਜੇ ਤੁਸੀਂ ਉਸਦੀ ਜਿਹੜੀ ਹੈਗੀ ਹੈ ਡੰਡੀ ਨੂੰ ਦੋ ਹਿੱਸੇ ਕਰ ਲਓ, ਇੱਕ ਨੂੰ ਲਾਲ ਰੰਗ 'ਚ ਡੁਬੋ ਦਿਓ, ਦੂਸਰੇ ਨੂੰ ਕਿਸੇ ਹੋਰ ਰੰਗ 'ਚ, ਤਾਂ ਤੁਸੀਂ ਕੀ ਦੇਖਦੇ ਹੋ? ਉਹ ਦੋਵੇਂ ਹੀ ਰੰਗ ਜਿਹੜੇ ਨੇ ਉਹ ਤੁਹਾਨੂੰ ਉਸ ਫੁੱਲ ਵਿੱਚ ਜਿਹੜਾ ਹੈ ਉਹ ਦਿਖਾਈ ਦੇਣਗੇ ਔਰ ਬੜਾ ਸੋਹਣਾ ਫੁੱਲ ਬਣੇਗਾ। ਇਸ ਨੂੰ ਅਸੀਂ ਕਿਰਿਆ ਨੂੰ ਕਰਕੇ ਵੀ ਦੇਖਾਂਗੇ। ਅਗਲਾ ਹੈ ਬੇਟਾ ਪੱਤੇ। 7.3 ਪੱਤੇ ਕੀ ਹੈ? ਆਪਣੇ ਆਲੇ ਦੁਆਲੇ ਜਿਹੜੇ ਤੁਸੀਂ ਪੌਦੇ ਦੇਖਦੇ ਹੋ, ਪੌਦਿਆਂ ਦੇ ਉੱਪਰ ਕੀ ਲੱਗੇ ਹੁੰਦੇ ਹਨ? ਪੱਤੇ। ਪੱਤਿਆਂ ਦਾ ਤੁਸੀਂ ਚਿੱਤਰ ਬੇਟਾ ਆਪਣੀ ਕਾਪੀ ਵਿੱਚ ਬਣਾਓਗੇ। ਪੱਤੇ ਦੇ ਸ਼ਕਲ, ਰੰਗ, ਆਕਾਰ, ਉਹਨੂੰ ਧਿਆਨ ਨਾਲ ਦੇਖੋ। ਪੱਤਾ ਜਿਹੜਾ ਹੈ ਉਹ ਕਿਸ ਤਰ੍ਹਾਂ ਜੁੜਿਆ ਹੁੰਦਾ ਹੈ ਪੌਦੇ ਨਾਲ? ਪੱਤੇ ਦਾ ਉਹ ਭਾਗ ਜਿਸ ਨਾਲ ਉਹ ਤਣੇ ਨਾਲ ਜੁੜਦਾ ਹੈ, ਉਸ ਨੂੰ ਅਸੀਂ ਪੱਤੇ ਦੀ ਡੰਡੀ ਆਖਦੇ ਹਾਂ। ਠੀਕ ਹੈ, ਔਰ ਪੱਤੇ ਦੇ ਹਰੇ ਚਪਟੇ ਭਾਗ ਨੂੰ ਅਸੀਂ ਫਲਕ ਆਖਦੇ ਹਾਂ ਜਾਂ ਫਿਰ ਲੈਮੀਨਾ ਆਖਦੇ ਹਾਂ। ਤੁਸੀਂ ਆਪਣੇ ਆਸ-ਪਾਸ ਪੱਤੇ ਦੇਖੋ, ਉਹਨਾਂ ਦੇ ਭਾਗਾਂ ਦੀ ਪਹਿਚਾਣ ਕਰ ਸਕਦੇ ਹੋ। ਉਹਨਾਂ ਵਿੱਚ ਡੰਡੀ ਹੈ, ਲੈਮੀਨਾ ਹੈ ਔਰ ਕੀ ਹੈ, ਉਸ ਵਿੱਚ ਬਹੁਤ ਸਾਰੀਆਂ ਤੁਹਾਨੂੰ ਲਾਈਨਾਂ ਵੀ ਪੱਤਿਆਂ ਵਿੱਚ ਨਜ਼ਰ ਆਉਣਗੀਆਂ। ਆਓ ਅਸੀਂ ਇੱਕ ਹੋਰ ਕਿਰਿਆ ਕਰਦੇ ਹਾਂ। ਕੋਈ ਵੀ ਤੁਸੀਂ ਪੱਤਾ ਲੈ ਲਓ, ਇਸ ਨੂੰ ਸਫੇਦ ਕਾਗਜ਼ ਜਾਂ ਆਪਣੀ ਕਾਪੀ ਦੇ ਪੇਜ ਹੇਠ ਰੱਖ ਲਓ। ਫਿਰ ਇਸ ਨੂੰ ਇੱਕ ਪੈਨਸਿਲ ਦੇ ਨਾਲ ਕਾਗਜ਼ ਦੇ ਉਸ ਭਾਗ ਨੂੰ ਜਿਸ ਦੇ ਹੇਠਾਂ ਪੱਤਾ ਹੈ ਹੌਲੀ ਹੌਲੀ ਰਗੜੋ। ਕੀ ਤੁਹਾਨੂੰ ਕੁਝ ਰੇਖਾਵਾਂ ਵਾਲਾ ਛਾਪਾ ਵਿਖਾਈ ਦਿੰਦਾ ਹੈ? ਬੇਟਾ ਇਸ ਤਰ੍ਹਾਂ ਅਸੀਂ ਇੱਕ ਪੱਤੇ ਦਾ ਛਾਪਾ ਜਿਹੜਾ ਹੈ ਉਹ ਤਿਆਰ ਕਰਾਂਗੇ। ਜਦੋਂ ਪੱਤੇ ਨੂੰ ਅਸੀਂ ਛਾਪਾਂਗੇ ਤਾਂ ਉਸ ਵਿੱਚ ਤੁਹਾਨੂੰ ਬਹੁਤ ਸਾਰੀਆਂ ਰੇਖਾਵਾਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ। ਉਹਨਾਂ ਰੇਖਾਵਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸ਼ਿਰਾਵਾਂ। ਬੇਟਾ ਜਦੋਂ ਤੁਸੀਂ 2 ਜਾਂ 2 ਤੋਂ ਵੱਧ ਪੱਤਿਆਂ ਬਾਰੇ ਕਰੋਗੇ, ਉਹਨਾਂ ਦਾ ਛਾਪਾ ਬਣਾਓਗੇ ਨਾ ਆਪਣੀ ਕਾਪੀ ਦੇ ਉੱਪਰ, ਤੇ ਕੁਝ ਸ਼ਿਰਾਵਾਂ ਜਿਹੜੀਆਂ ਨੇ ਉਹ ਤੁਹਾਨੂੰ 2 ਤਰ੍ਹਾਂ ਦੀਆਂ ਨਜ਼ਰ ਆਉਣਗੀਆਂ। ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਜਾਂ ਸ਼ਿਰਾਵਾਂ ਦੀਆਂ ਕਿਸਮਾਂ ਜਿਹੜੀਆਂ ਨੇ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ, ਉਹ ਅਸੀਂ ਕਹਿ ਸਕਦੇ ਹਾਂ। ਕੁਝ ਪੱਤਿਆਂ ਦੇ ਵਿੱਚ ਇਹ ਸ਼ਿਰਾਵਾਂ ਜਿਹੜੀਆਂ ਨੇ ਉਹ ਜਾਲੀ ਰੂਪਾ ਹੋਣਗੀਆਂ। ਠੀਕ ਹੈ, ਇੱਕ ਜਾਲੀ ਦੀ ਵਾਂਗ ਨਜ਼ਰ ਆਉਣਗੀਆਂ, ਪੂਰਾ ਜਾਲ ਜਿਹਾ ਉਹਨਾਂ ਦੇ ਵਿੱਚ ਬਣਿਆ ਹੋਵੇਗਾ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਜਾਲੀਦਾਰ ਸਿਰਾ, ਵਿਨਿਆਸ। ਅਤੇ ਦੂਸਰੀਆਂ ਜਿਹੜੀਆਂ ਤੁਹਾਨੂੰ ਸ਼ਿਰਾਵਾਂ ਨਜ਼ਰ ਆਉਣਗੀਆਂ ਉਹ ਕਿੱਦਾਂ ਨਜ਼ਰ ਆਉਣਗੀਆਂ? ਸਮਾਨ ਅੰਤਰ ਹੋਣਗੀਆਂ ਪੱਤਿਆਂ ਵਿੱਚ। ਇਹ ਸ਼ਿਰਾਵਾਂ ਇੱਕ ਦੂਜੇ ਦੇ ਸਮਾਨ ਅੰਤਰ, ਸਿੱਧੀਆਂ ਸਿੱਧੀਆਂ ਲਾਈਨਾਂ ਦੇ ਰੂਪ ਵਿੱਚ ਨਜ਼ਰ ਆਉਣਗੀਆਂ। ਇਹਨਾਂ ਨੂੰ ਅਸੀਂ ਸਮਾਨ ਅੰਤਰ
ਸ਼ਿਰਾ ਵਿਨਿਆਸ ਆਖਦੇ ਹਾਂ। ਵੱਖ-ਵੱਖ ਪੌਦਿਆਂ ਦੇ ਪੱਤਿਆਂ ਨੂੰ ਤੋੜੋ ਤੇ ਉਹਨਾਂ ਨੂੰ ਛਾਪਾ ਲਗਾ ਕੇ ਦੇਖੋ ਕਿ ਉਹਨਾਂ ਦੇ ਵਿੱਚ ਜਿਹੜੀਆਂ ਸ਼ਿਰਾਵਾਂ ਨੇ ਉਹ ਜਾਲੀਦਾਰ ਨੇ ਜਾਂ ਫਿਰ ਸਮਾਨਾਂਤਰ ਨੇ। ਸ਼ਿਰਾਵਾਂ ਦੇ ਵਿਚਕਾਰ ਬੇਟਾ ਇੱਕ ਮੋਟੀ ਡੰਡੀ ਜਿਹੜੀ ਹੈ ਤੁਹਾਨੂੰ ਨਜ਼ਰ ਆਏਗੀ। ਠੀਕ ਹੈ ਜੀ, ਉਹ ਮੋਟੀ ਡੰਡੀ ਜਿਹੜੀ ਨਜ਼ਰ ਆਏਗੀ ਜਾਂ ਮੋਟੀ ਸ਼ਿਰਾ ਜਿਹੜੀ ਨਜ਼ਰ ਆਏਗੀ ਉਹਨੂੰ ਅਸੀਂ ਕਹਿੰਦੇ ਆ ਮੱਧ ਪਸਲੀ। ਔਰ ਬਾਕੀ ਜਿਹੜੀਆਂ ਛੋਟੀਆਂ ਛੋਟੀਆਂ ਨਜ਼ਰ ਆਉਣਗੀਆਂ ਲਾਈਨਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਨਾੜੀਆਂ। ਮੱਧ ਪਸਲੀ ਤੇ ਨਾੜੀਆਂ। ਇਸ ਤੋਂ ਬਾਅਦ ਬੇਟਾ ਤੁਸੀਂ ਕੀ ਕਰਨਾ ਹੈ, ਤੁਸੀਂ ਇੱਕ ਹੋਰ ਕਿਰਿਆ ਹੈ ਪਰ ਇਹ ਅਸੀਂ ਉਦੋਂ ਕਰਾਂਗੇ ਜਦੋਂ ਸਕੂਲ ਲੱਗਣਗੇ ਤੇ ਕਿਉਂਕਿ ਇਸ ਵਾਸਤੇ ਸਾਨੂੰ ਸਪਿਰਿਟ ਲੈਂਪ ਚਾਹੀਦੀ ਹੈ ਤੇ ਸਪਿਰਿਟ ਲੈਂਪ ਅਸੀਂ ਘਰ 'ਚ ਕੋਈ ਵੀ ਇੱਦਾਂ ਦਾ ਐਕਸਪੈਰੀਮੈਂਟ ਨਹੀਂ ਕਰਾਂਗੇ ਜਿਹਦੇ ਵਿੱਚ ਸਾਨੂੰ ਅੱਗ ਵਾਲਾ ਕੋਈ ਐਕਸਪੈਰੀਮੈਂਟ ਹੋਵੇ। ਇਸ ਲਈ ਹੁਣ ਅਸੀਂ ਨੈਕਸਟ ਹਿੱਸਾ ਜਿਹੜਾ ਹੈ ਉਹ ਕਰਦੇ ਹਾਂ ਪੌਦੇ ਦਾ ਜੜ ਕੀ ਹੈ ਤੇ ਜੜ ਦਾ ਕੰਮ ਕੀ ਹੈ। ਤੁਸੀਂ ਦੇਖਿਆ ਹੈ ਪੌਦੇ ਜਿਹੜੇ ਨੇ ਉਹ ਜੜ ਦੀ ਸਹਾਇਤਾ ਨਾਲ ਮਿੱਟੀ ਵਿੱਚ ਉੱਗੇ ਹੁੰਦੇ ਹਨ। ਤੁਸੀਂ ਇੱਥੇ ਬੇਟਾ ਇੱਕ ਚਿੱਤਰ ਦੇਖ ਰਹੇ ਹੋ 7.13। ਇਸ ਵਿੱਚ ਇੱਕ ਲੜਕਾ ਪੌਦੇ ਨੂੰ ਪਾਣੀ ਦੇ ਰਿਹਾ ਹੈ ਔਰ ਇੱਕ ਪਾਸੇ ਇੱਕ ਲੜਕੀ ਪੌਦੇ ਨੂੰ ਪਾਣੀ ਦੇ ਰਹੀ ਹੈ। ਕੀ ਤੁਸੀਂ ਦੱਸ ਸਕਦੇ ਹੋ ਇਹਨਾਂ ਵਿੱਚੋਂ ਸਹੀ ਤਰੀਕਾ ਕਿਹੜਾ ਹੈ ਪਾਣੀ ਦੇਣ ਦਾ? ਸੋਚੋ ਔਰ ਇਸ ਦਾ ਉੱਤਰ ਜਿਹੜਾ ਹੈ ਆਪਣੀ ਕਾਪੀ 'ਚ ਲਿਖੋਗੇ। ਬੇਟਾ ਇਸ ਕਿਰਿਆ ਨੂੰ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਹੈ? ਕਿਰਿਆ ਨੰਬਰ 6 ਦੇ ਲਈ 2 ਗਮਲੇ ਜਿਸ ਵਿੱਚ ਕੁਝ ਮਿੱਟੀ ਪਈ ਹੋਵੇ, ਇੱਕ ਰੰਬੀ, ਬਲੇਡ ਅਤੇ ਕੈਂਚੀ। ਇਹ ਕਿਰਿਆ 2-3 ਜਾਣੇ ਮਿਲ ਕੇ ਜਿਹੜੇ ਆ ਉਹਨੂੰ ਕਰ ਸਕਦੇ ਹਨ। ਕਰਨਾ ਕੀ ਹੈ, ਤੁਸੀਂ ਇਸ ਕਿਰਿਆ ਦੇ ਵਿੱਚ आओ बेटा ਕਿਰਿਆ ਨੰਬਰ 6 ਕਰਦੇ ਹਾਂ। ਕਿਰਿਆ ਨੰਬਰ 6 ਨੂੰ ਕਰਨ ਦੇ ਲਈ ਸਾਨੂੰ 2 ਗਮਲੇ ਜਿਨ੍ਹਾਂ ਦੇ ਵਿੱਚ ਕੁਝ ਮਿੱਟੀ ਪਈ ਹੋਵੇ, ਰੰਬੀ, ਬਲੇਡ, ਕੈਂਚੀ ਅਤੇ ਪਾਣੀ ਚਾਹੀਦਾ ਹੈ। ਇਹ ਕਿਰਿਆ ਤੁਸੀਂ 3 ਜਾਂ 4 ਜਾਣੇ ਮਿਲ ਕੇ ਵੀ ਕਰ ਸਕਦੇ ਹੋ ਔਰ ਇਕੱਲੇ ਵੀ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਆਏਗੀ। ਸਭ ਤੋਂ ਪਹਿਲਾਂ ਬੇਟਾ ਤੁਸੀਂ ਇਸ ਵਾਸਤੇ ਸਾਨੂੰ ਗਮਲੇ ਜਿਹੜੇ ਆ ਉਹ ਲਵਾਂਗੇ। ਕੋਈ ਵੀ ਆਪਣੇ ਆਸ-ਪਾਸ ਜੋ 2 ਪੌਦੇ ਉੱਗੇ ਨੇ ਜਿਵੇਂ ਕਿ ਨਦੀਨ ਆਪਣੇ ਆਪ ਜਿਹੜੇ ਉੱਗ ਜਾਂਦੇ ਨੇ ਅਣਚਾਹੇ ਪੌਦੇ, ਉਹ ਲੈ ਸਕਦੇ ਹੋ। ਉਹਨਾਂ ਨੂੰ ਪੁੱਟੋ। ਉਹਨਾਂ ਨੂੰ ਪੁੱਟ ਕੇ ਉਹ ਦੋਨੋਂ ਪੌਦੇ ਬੇਟਾ ਇੱਕੋ ਜਿਹੇ ਹੋਣੇ ਚਾਹੀਦੇ ਆ, ਜਿਹੜੀ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਉਹਨਾਂ ਨੂੰ ਪੁੱਟ ਕੇ ਇੱਕ ਪੌਦੇ ਨੂੰ ਸਾਵਧਾਨੀ ਪੂਰਵਕ ਜੜ੍ਹਾਂ ਸਮੇਤ ਹੀ ਉਸ ਗਮਲੇ ਵਿੱਚ ਲਗਾ ਦਿਓ। ਦੂਸਰੇ ਪੌਦੇ ਦੀ ਜਿਹੜੀ ਜੜ ਹੈ ਉਸਨੂੰ ਕੱਟ ਦਿਓ, ਜਿੰਨੀਆਂ ਵੀ ਉਹਦੀਆਂ ਜੜ੍ਹਾਂ ਨੇ ਉਹਨਾਂ ਨੂੰ ਕੱਟ ਦਿਓ ਅਤੇ ਉਸ ਨੂੰ ਦੂਸਰੇ ਗਮਲੇ ਵਿੱਚ ਲਗਾ ਦਿਓ। ਹੁਣ ਤੁਸੀਂ ਕੀ ਕਰਨਾ ਹੈ, ਰੋਜ਼ ਉਹਨਾਂ ਨੂੰ ਪਾਣੀ ਦੇਣਾ ਹੈ। ਫਿਰ 1 ਹਫ਼ਤੇ ਬਾਅਦ ਤੁਸੀਂ ਇਹਨਾਂ ਦਾ ਨਿਰੀਖਣ ਕਰੋਗੇ, ਦੇਖੋਗੇ ਤਾਂ ਤੁਹਾਨੂੰ ਕੀ ਦਿਖਾਈ ਦੇ ਰਿਹਾ ਹੈ। ਇਹਨਾਂ ਦੋਵਾਂ ਪੌਦਿਆਂ ਵਿੱਚ ਕਿਹੜਾ ਪੌਦਾ ਤੰਦਰੁਸਤ ਹੈ ਅਤੇ ਕਿਉਂ? ਦੋਹਾਂ ਪੌਦਿਆਂ ਵਿੱਚ ਤੁਸੀਂ ਲਗਾਤਾਰ ਨਿਸ਼ਚਿਤ ਮਾਤਰਾ ਵਿੱਚ ਇੱਕੋ ਜਿਹਾ ਪਾਣੀ ਵੀ ਦਿੱਤਾ, ਦੋਨਾਂ ਨੂੰ ਧੁੱਪ ਵਿੱਚ ਵੀ ਰੱਖਿਆ, ਪਰ ਫਿਰ ਵੀ ਇੱਕ ਪੌਦਾ ਤੰਦਰੁਸਤ ਹੈ ਔਰ ਦੂਸਰਾ ਤੰਦਰੁਸਤ ਨਹੀਂ ਹੈ। ਕਿਹੜਾ ਪੌਦਾ ਤੰਦਰੁਸਤ ਹੈ? ਜਿਸ ਵਿੱਚ ਕੀ ਹੈ? ਵੈਰੀ ਗੁੱਡ, ਜਿਸ ਵਿੱਚ ਜੜ ਸੀ ਉਹ ਪੌਦਾ ਤੰਦਰੁਸਤ ਹੈ। ਇਹਦਾ ਮਤਲਬ ਜੜ੍ਹਾਂ ਦਾ ਇੱਕ ਹੋਰ ਮਹੱਤਵਪੂਰਨ ਕੰਮ ਹੈ। ਜੜ੍ਹਾਂ ਜਿਹੜੀਆਂ ਨੇ ਪੌਦੇ ਨੂੰ ਮਿੱਟੀ ਦੇ ਨਾਲ ਜਕੜ ਕੇ ਰੱਖਦੀਆਂ ਹਨ। ਇਸ ਕਿਰਿਆ ਨੂੰ ਬੇਟਾ ਹੋਰ ਵਧੀਆ ਤਰੀਕੇ ਨਾਲ ਕਰਨ ਦੇ ਲਈ ਅਸੀਂ ਇੱਕ ਹੋਰ ਕਿਰਿਆ ਕਰ ਸਕਦੇ ਹਾਂ, ਇਸ ਚੀਜ਼ ਨੂੰ ਸਮਝਣ ਲਈ ਕਿ ਪੌਦੇ ਵਿੱਚ ਜੜ੍ਹਾਂ ਦਾ ਕੀ ਕੰਮ ਹੈ। ਤੁਸੀਂ ਕੁਝ ਚਨੇ ਜਿਹੜੇ ਨੇ 3 ਜਾਂ 4 ਪੀਸ ਲਾ ਲਓ ਚਨੇ ਦੇ, ਉਸ ਨੂੰ
ਭਿਗੋ ਕੇ ਰੱਖ ਦਿਓ। ਫਿਰ ਉਹਨਾਂ ਨੂੰ ਕੀ ਕਰੋ, ਇੱਕ ਕੌਲੀ ਵਿੱਚ ਜਿਹੜੇ ਉਹ ਦਾਣੇ ਤੁਸੀਂ ਰੱਖੇ ਸੀ, ਚਨੇ ਲੈ ਸਕਦੇ ਹੋ ਜਾਂ ਤੁਸੀਂ ਮੂੰਗੀ ਦੀ ਦਾਲ ਲੈ ਸਕਦੇ ਹੋ, ਕੋਈ ਵੀ ਜਿਹੜੇ ਸਾਬੁਤ ਦਾਣੇ ਜਿਹੜੇ ਹੁੰਦੇ ਆ ਸਾਡੇ ਘਰ ਵਿੱਚ, ਜਾਂ ਮੱਕੀ ਦੇ ਕੁਝ ਦਾਣੇ ਜਿਹੜੇ ਆ ਉਹ ਲੈ ਲਓਗੇ। ਫਿਰ ਬੇਟਾ ਉਹਨਾਂ ਨੂੰ ਇੱਕ ਦਿਨ ਬਾਅਦ ਪਾਣੀ ਵਿੱਚੋਂ ਕੱਢ ਕੇ ਤੁਸੀਂ ਉਸ ਨੂੰ ਕਿਸੇ ਪਲੇਟ ਵਿੱਚ ਰੱਖ ਲਓ। ਪਲੇਟ ਦੇ ਵਿੱਚ ਜਾਂ ਕੋਈ ਛੋਟੀ ਡੱਬੀ ਲੈ ਲਓ, ਕੋਈ ਕਟੋਰੀ ਲੈ ਲਓ, ਉਸ ਵਿੱਚ ਪਹਿਲੇ ਥੋੜ੍ਹਾ ਰੂੰ ਰੱਖ ਲੈਣਾ। ਰੂੰ ਰੱਖ ਕੇ ਉਸ ਉੱਪਰ ਉਹ ਜਿਹੜੇ ਦਾਣੇ ਸੀ ਜਿਹੜੇ ਪਾਣੀ 'ਚੋਂ ਕੱਢੇ ਨੇ ਉਹ ਰੱਖ ਦਿਓ। ਔਰ ਧਿਆਨ ਰੱਖੋ ਕਿ ਉਹ ਪੌਦੇ ਜਿਹੜੇ ਨੇ, ਜਿਹੜੇ ਤੁਸੀਂ ਉਹ ਬੀਜ ਲਗਾਏ ਨੇ, ਉਹਨਾਂ ਨੂੰ ਥੋੜ੍ਹਾ ਥੋੜ੍ਹਾ ਪਾਣੀ ਜਿਹੜਾ ਉਹ ਦਿੰਦੇ ਰਹੋ। ਬਿਲਕੁਲ ਡੁਬੋਣਾ ਨਹੀਂ ਪਾਣੀ ਦੇ ਵਿੱਚ, ਥੋੜ੍ਹੇ ਚਿੱਟੇ ਜਿਹੇ ਪਾਣੀ 'ਤੇ ਉਹਨਾਂ ਨੂੰ ਮਾਰਦੇ ਰਹੋ। 2 ਕੁ ਦਿਨਾਂ ਬਾਅਦ ਤੁਸੀਂ ਦੇਖੋਗੇ ਉਹ ਬੀਜ ਜਿਹੜੇ ਨੇ ਪੁੰਗਣ ਲੱਗ ਪਏ ਨੇ, ਛੋਟੇ ਪੌਦਿਆਂ ਦਾ ਰੂਪ ਲੈ ਲੈਣਗੇ। ਹੌਲੀ ਹੌਲੀ 4 ਜਾਂ 5 ਦਿਨਾਂ ਬਾਅਦ ਜਦੋਂ ਤੁਸੀਂ ਕੀ ਕਰੋਗੇ, ਉਹਨਾਂ ਬੀਜਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ, ਤਾਂ ਤੁਸੀਂ ਕੀ ਦੇਖਦੇ ਹੋ? ਤੁਸੀਂ ਦੇਖਦੇ ਹੋ ਕਿ ਉਹ ਨੰਨੇ ਪੌਦੇ ਜਿਹੜੇ ਨੇ, ਜਦੋਂ ਤੁਸੀਂ ਉਹਨਾਂ ਨੂੰ ਰੂੰ ਤੋਂ ਬਾਹਰ ਖਿੱਚਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਆਸਾਨੀ ਨਾਲ ਨਹੀਂ ਖਿੱਚੇ ਜਾਣਗੇ। ਕਿਉਂ? ਕਿਉਂਕਿ ਹੁਣ ਉਹਨਾਂ ਪੌਦਿਆਂ ਦੀਆਂ ਕੁਝ ਜੜ੍ਹਾਂ ਜਿਹੜੀਆਂ ਨੇ ਉਹ ਉੱਗ ਆਈਆਂ ਨੇ, ਔਰ ਉਹਨਾਂ ਜੜ੍ਹਾਂ ਨੇ ਉਸ ਰੂੰ ਨੂੰ ਪਕੜ ਲਿਆ ਹੈ। ਜਿਵੇਂ ਕਿ ਪੌਦੇ ਦੀਆਂ ਜੜ੍ਹਾਂ, ਗਮਲੇ ਵਾਲੀ ਜਿਹੜਾ ਐਕਸਪੈਰੀਮੈਂਟ ਕੀਤਾ ਸੀ ਅਸੀਂ, ਉਹਨਾਂ ਨੇ ਮਿੱਟੀ ਨੂੰ ਪਕੜ ਲਿਆ ਸੀ। ਠੀਕ ਹੈ ਜੀ। ਔਰ ਉਹ ਪੌਦੇ ਕੀ ਸੀਗੇ? ਤੰਦਰੁਸਤ। ਹੁਣ ਇਸ ਕੇਸ ਵਿੱਚ ਵੀ ਉਹ ਪੌਦੇ ਜਿਹੜੇ ਨੇ ਉਹਨਾਂ ਦੀਆਂ ਜੜ੍ਹਾਂ ਨਿਕਲ ਆਈਆਂ ਨੇ, ਔਰ ਜੜ੍ਹਾਂ ਨੇ ਰੂੰ ਨੂੰ ਪਕੜਿਆ ਹੋਇਆ ਹੈ। ਇਸੇ ਤਰ੍ਹਾਂ ਜੜ੍ਹਾਂ ਮਿੱਟੀ ਨੂੰ ਪਕੜ ਕੇ ਰੱਖਦੀਆਂ ਹਨ, ਜਕੜ ਕੇ ਰੱਖਦੀਆਂ ਹਨ। ਇਸ ਵਿੱਚ ਮਿੱਟੀ ਜਿਹੜੀ ਹੈ ਪੌਦੇ ਦਾ ਸੰਯੋਜਕ ਆਖਦੇ ਹਨ। ਠੀਕ ਹੈ, ਇਸ ਲਈ ਇਹਨਾਂ ਨੂੰ ਮਿੱਟੀ ਵਿੱਚ ਪੌਦੇ ਦਾ ਸੰਯੋਜਕ ਆਖਦੇ ਹਨ। ਤਣਾ ਅਤੇ ਪੱਤੇ ਵੱਖ-ਵੱਖ ਕੰਮ ਜਿਹੜੇ ਆ ਉਹ ਕਰਦੇ ਹਨ। ਜੜ੍ਹਾਂ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੀ ਵਿਭਿੰਨਤਾ ਜਿਹੜੀ ਆ ਦਿਖਾਈ ਦਿੰਦੀ ਹੈ। ਜੜ੍ਹਾਂ ਜਿਹੜੀਆਂ ਨੇ ਬੇਟਾ ਉਹ ਵੀ 2 ਤਰ੍ਹਾਂ ਦੀਆਂ ਹੁੰਦੀਆਂ ਹਨ। ਹੁਣ ਜਿਹੜਾ ਤੁਸੀਂ ਉੱਪਰ ਐਕਸਪੈਰੀਮੈਂਟ ਕੀਤਾ ਹੈ ਨਾ, ਉਹਦੇ ਵਿੱਚ ਕੀ ਦੇਖਿਆ? ਚਨੇ ਦੇ ਪੌਦੇ ਦੀਆਂ ਜੜ੍ਹਾਂ ਨੂੰ ਦੇਖਿਆ। ਇਹ ਕਿਸ ਤਰ੍ਹਾਂ ਦੀਆਂ ਦਿਖਾਈ ਦਿੰਦੀਆਂ ਹਨ, ਇਹਨੂੰ ਧਿਆਨ ਨਾਲ ਦੇਖੋ। ਤੇ ਮੱਕੀ ਦੇ ਪੌਦੇ ਦੀਆਂ ਜੜ੍ਹਾਂ ਕਿਹੋ ਜਿਹੀਆਂ ਹਨ? ਤੁਸੀਂ ਦੋਨੋਂ ਪੌਦੇ ਉਗਾ ਲਓ, 2-4 ਚਨੇ ਦੇ ਬੀਜ, 2-4 ਮੱਕੀ ਦੇ ਪੀਸ, ਔਰ ਥੋੜ੍ਹੇ ਦਿਨਾਂ ਬਾਅਦ, ਹਫ਼ਤੇ ਬਾਅਦ ਉਹਨਾਂ ਨੂੰ ਆਸਾਨੀ ਦੇ ਨਾਲ ਪਹਿਲੇ ਪਾਣੀ ਦੇ ਲਓ ਮਿੱਟੀ ਨੂੰ, ਫਿਰ ਉਹਨੂੰ ਕੱਢ ਕੇ ਦੇਖੋ ਉਹਨਾਂ ਦੇ ਵਿੱਚ ਕੀ ਨਜ਼ਰ ਆਉਂਦਾ ਹੈ ਤੁਹਾਨੂੰ। ਛੋਲਿਆਂ ਅਤੇ ਮੱਕੀ ਦੀਆਂ ਜੜ੍ਹਾਂ ਵਿੱਚ ਕੀ ਸਮਾਨਤਾ ਹੈ? ਉਹ ਕਿਸ ਰੂਪ ਵਿੱਚ ਇੱਕ ਦੂਸਰੇ ਤੋਂ ਭਿੰਨ ਹਨ? ਇਉਂ ਲੱਗਦਾ ਹੈ ਜਿਵੇਂ ਜੜ੍ਹਾਂ 2 ਕਿਸਮਾਂ ਦੀਆਂ ਹੁੰਦੀਆਂ ਹਨ। ਇਹ ਕਿਹੜੀਆਂ-ਕਿਹੜੀਆਂ ਕਿਸਮਾਂ ਹਨ? ਉਹਨਾਂ ਬਾਰੇ ਅਸੀਂ ਬੇਟਾ ਪਤਾ ਜਿਹੜਾ ਹੈ ਉਹ ਲਗਾਵਾਂਗੇ ਕਿ ਉਹ ਜੜ੍ਹਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕਿੱਦਾਂ ਦੀਆਂ ਹਨ। ਠੀਕ ਹੈ ਜੀ। ਇੱਕ ਤਾਂ ਜੜ੍ਹਾਂ ਬੇਟਾ ਉਹ ਹੋਣਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਜੜ੍ਹ, ਮੁੱਖ ਜੜ੍ਹ ਨਜ਼ਰ ਆਏਗੀ, ਜਿਸ ਨੂੰ ਅਸੀਂ ਮੂਸਲ ਜੜ੍ਹ ਆਖਦੇ ਹਾਂ। ਅਤੇ ਦੂਸਰੇ ਪੌਦੇ ਦੇ ਵਿੱਚ ਤੁਹਾਨੂੰ ਛੋਟੀਆਂ-ਛੋਟੀਆਂ ਜੜ੍ਹਾਂ ਜਿਹੜੀਆਂ ਨੇ ਉਹ ਇਕੱਠੀਆਂ ਹੀ ਦਿਖਾਈ ਦੇਣਗੀਆਂ, ਜਿਨ੍ਹਾਂ ਨੂੰ ਅਸੀਂ ਸਮਰਥਕ ਜੜ੍ਹਾਂ ਆਖਦੇ ਹਾਂ। ਜਿਨ੍ਹਾਂ ਪੌਦਿਆਂ ਵਿੱਚ ਜੜ੍ਹਾਂ ਸਮਰਥਕ ਜੜ੍ਹਾਂ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ, ਉਹਨਾਂ ਦੀ ਕੋਈ ਮੁੱਖ ਜੜ੍ਹ ਜਿਹੜੀ ਹੈ ਉਹ ਨਹੀਂ ਹੁੰਦੀ। ਸਾਰੀਆਂ ਜੜ੍ਹਾਂ ਇੱਕੋ ਜਿਹੀਆਂ ਹੀ ਦਿਖਦੀਆਂ ਹਨ। ਇਹਨਾਂ ਨੂੰ ਅਸੀਂ ਰੇਸ਼ੇਦਾਰ ਜੜ੍ਹਾਂ ਆਖਦੇ ਹਾਂ। ਔਰ ਉਹ ਜੜ੍ਹਾਂ ਜਿਹਦੇ ਵਿੱਚ ਇੱਕ ਵੱਡੀ ਜੜ੍ਹ ਹੈ ਔਰ ਉਸ ਵਿੱਚੋਂ ਥੋੜ੍ਹੀਆਂ ਛੋਟੀਆਂ-ਛੋਟੀਆਂ ਜੜ੍ਹਾਂ ਉਹਦੀ ਸਾਈਡ ਤੋਂ ਨਿਕਲ ਰਹੀਆਂ ਨੇ, ਉਸ ਨੂੰ ਅਸੀਂ ਕੀ ਆਖਦੇ ਹਾਂ? ਮੂਸਲ ਜੜ੍ਹ। ਠੀਕ ਹੈ ਬੇਟਾ। ਤੁਸੀਂ ਜਿਹੜਾ ਐਕਸਪੈਰੀਮੈਂਟ ਕੀਤਾ ਹੈ ਉਸ ਵਿੱਚ ਤੁਸੀਂ ਦੱਸੋਗੇ ਕਿ ਮੱਕੀ ਔਰ ਚਨੇ ਦੇ ਵਿੱਚੋਂ ਕਿਹਦੀ ਜੜ੍ਹ ਜਿਹੜੀ ਹੈ ਉਹ ਮੂਸਲ ਜੜ੍ਹ ਹੈ, ਔਰ ਕਿਸ ਪੌਦੇ ਦੀ ਜੜ੍ਹ ਜਿਹੜੀ ਹੈ ਉਹ ਰੇਸ਼ੇਦਾਰ ਜੜ੍ਹ ਹੈ। ਠੀਕ ਹੈ ਜੀ। ਫਿਰ ਤੁਸੀਂ ਜਿਸ ਪੌਦੇ ਨੂੰ ਥੋੜ੍ਹਾ ਹੋਰ ਉੱਗਣ ਦੇਵੋ ਤਾਂ ਉਸ ਵਿੱਚ ਤੁਹਾਨੂੰ ਪੱਤੇ ਦਿਖਾਈ ਦੇਣਗੇ। ਪੱਤਿਆਂ ਦੇ ਵਿੱਚ ਫਿਰ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਕਿਹੜਾ ਪੱਤਾ ਜਾਲੀਦਾਰ ਹੈ ਔਰ ਕਿਹੜਾ ਪੱਤਾ ਜਿਹੜਾ ਹੈ ਉਹ ਸਮਾਨਾਂਤਰ ਸ਼ਿਰਾਵਾਂ ਵਾਲਾ ਹੈ। ਤੇ ਸਾਰਣੀ 7.2 ਬਣਾ ਸਕਦੇ ਹੋ। ਜੜ੍ਹ ਦੀ ਕਿਸਮ
ਅਤੇ ਪੱਤਿਆਂ ਦੇ ਸ਼ਿਰਾ ਵਿਨਿਆਸ ਦੀ ਕਿਸਮ। ਬੇਟਾ ਤੁਸੀਂ ਦੇਖਿਆ ਬਹੁਤ ਸੌਖਾ ਹੈ, ਕੋਈ ਵੀ ਮੁਸ਼ਕਿਲ ਵਾਲਾ ਕੰਮ ਨਹੀਂ ਹੈ। 2 ਬੀਜ ਲੈਣੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ, ਉਹਨਾਂ ਨੂੰ ਉਗਾ ਲਿਆ, ਫਿਰ ਥੋੜ੍ਹੇ ਦਿਨਾਂ ਬਾਅਦ ਉਹਨਾਂ ਨੂੰ ਪੁੱਟ ਕੇ ਦੇਖ ਲਿਆ। ਇੱਕ ਵਿੱਚ ਮੂਸਲ ਜੜ, ਦੂਸਰੇ ਦੇ ਵਿੱਚ ਰੇਸ਼ੇਦਾਰ ਜੜ। ਮੂਸਲ ਜੜ ਦੇ ਵਿੱਚ ਪੱਤੇ ਕਿੱਦਾਂ ਦੇ ਨੇ ਉਹ ਦੇਖੋਗੇ, ਔਰ ਜਿਹੜੀ ਦੂਸਰੀ ਹੈ ਸਾਡੀ ਰੇਸ਼ੇਦਾਰ ਜੜ, ਉਸ ਵਿੱਚ ਪੱਤੇ ਕਿਵੇਂ ਦੇ ਹਨ ਉਹਨਾਂ ਨੂੰ ਦੇਖੋਗੇ। ਬੇਟਾ ਜੜ੍ਹਾਂ ਜਿਹੜੀਆਂ ਨੇ ਮਿੱਟੀ ਵਿੱਚੋਂ ਪਾਣੀ ਚੂਸਣ ਦਾ ਕੰਮ ਕਰਦੀਆਂ ਹਨ। ਤਣਾ ਕੀ ਕਰਦਾ ਹੈ? ਪਾਣੀ ਅਤੇ ਖਣਿਜ ਪਦਾਰਥਾਂ ਨੂੰ ਮਿੱਟੀ ਤੋਂ ਲੈ ਕੇ ਪੌਦੇ ਦੇ ਹਰ ਇੱਕ ਭਾਗ ਤੱਕ, ਜਿਵੇਂ ਪੱਤੇ ਤੱਕ ਪਹੁੰਚਾਉਂਦਾ ਹੈ, ਕਿਉਂਕਿ ਪੱਤਿਆਂ ਨੇ ਹੀ ਪੂਰੇ ਪੌਦੇ ਲਈ ਭੋਜਨ ਬਣਾਉਣਾ ਹੈ। ਪੱਤੇ ਭੋਜਨ ਤਿਆਰ ਕਰਦੇ ਹਨ। ਇਹ ਭੋਜਨ ਤਣੇ ਤੋਂ ਹੋ ਕੇ ਪੱਤੇ ਦੇ ਵੱਖ-ਵੱਖ ਭਾਗਾਂ ਵਿੱਚ ਇਕੱਠਾ ਹੋ ਜਾਂਦਾ ਹੈ। ਠੀਕ ਹੈ ਜੀ, ਤਣੇ ਤੋਂ ਹੋ ਕੇ ਪੌਦੇ ਦੇ ਵੱਖਰੇ-ਵੱਖਰੇ ਭਾਗਾਂ ਵਿੱਚ ਉਹ ਸਾਰਾ ਭੋਜਨ ਇਕੱਠਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਕੁਝ ਜੜ੍ਹਾਂ, ਜਿਵੇਂ ਤੁਸੀਂ ਗਾਜਰ, ਮੂਲੀ, ਸ਼ੱਕਰਕੰਦੀ, ਸ਼ਲਗਮ ਆਦਿ ਅਸੀਂ ਖਾਂਦੇ ਹਾਂ। ਅਸੀਂ ਪੌਦੇ ਦੇ ਹੋਰ ਭਾਗਾਂ ਨੂੰ ਵੀ ਖਾਂਦੇ ਹਾਂ। ਉਹ ਸਾਰੇ ਭਾਗ ਜਿਹੜੇ ਉਹ ਕੀ ਨੇ? ਉਹ ਭੋਜਨ ਜਮ੍ਹਾਂ ਕੀਤਾ ਹੋਇਆ ਭੋਜਨ ਹੈ, ਜਿਹੜਾ ਭੋਜਨ ਪੌਦੇ ਨੇ ਆਪਣੇ ਲਈ ਜਮ੍ਹਾਂ ਕੀਤਾ ਹੈ। ਠੀਕ ਹੈ ਜੀ, ਇਹ ਗਾਜਰ, ਮੂਲੀ, ਸ਼ਲਗਮ ਇਹ ਪੌਦੇ ਨੇ ਆਪਣਾ ਭੋਜਨ ਬਣਾਇਆ ਸੀ, ਜਿਸ ਨੂੰ ਅਸੀਂ ਖਾਂਦੇ ਹਾਂ। ਉਸ ਤੋਂ ਬਾਅਦ ਬੇਟਾ ਤੁਸੀਂ ਕੀ ਕਰੋਗੇ? ਹੁਣ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਤਣਾ ਦੋਹਰੇ ਮਾਰਗ ਵਾਂਗ ਕੰਮ ਕਰਦਾ ਹੈ। ਪਹਿਲੇ ਉਹ ਕੀ ਕਰਦਾ ਹੈ? ਪਾਣੀ ਨੂੰ ਉੱਪਰ ਲੈ ਕੇ ਜਾਂਦਾ ਹੈ, ਔਰ ਜਦੋਂ ਪਾਣੀ ਉੱਪਰ ਪਹੁੰਚਾ ਦਿੰਦਾ ਹੈ ਤਾਂ ਉੱਪਰੋਂ ਪੱਤਿਆਂ ਤੱਕ ਜਿਹੜਾ ਭੋਜਨ ਬਣਿਆ ਹੋਇਆ ਭੋਜਨ ਫਿਰ ਬਾਕੀ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਅਗਲੇ ਭਾਗ ਵਿੱਚ ਬੇਟਾ ਅਸੀਂ ਫੁੱਲ ਦੀ ਬਣਤਰ ਦਾ ਅਧਿਐਨ ਜਿਹੜਾ ਹੈ ਉਸ ਨੂੰ ਕਰਾਂਗੇ। ਬੇਟਾ ਨੈਕਸਟ ਕਿਰਿਆ ਜਿਹੜੀ ਸਾਡੀ ਵਾਸ਼ਪ ਉਤਸਰਜਨ ਹੈ, ਉਹਦੇ ਵਿੱਚ ਅਸੀਂ ਕੀ ਕਰਾਂਗੇ? 2 ਵਾਈਟ ਕਲਰ ਦੇ ਪੋਲੀਥੀਨ ਲਵਾਂਗੇ। ਠੀਕ ਹੈ ਜੀ, ਬਿਲਕੁਲ ਸੁੱਕੇ ਹੋਏ। ਇੱਕ ਨੂੰ ਅਸੀਂ ਇੱਕ ਪੌਦੇ ਦੀ ਕਿਸੇ ਟਹਿਣੀ ਦੇ ਨਾਲ ਅੱਛੀ ਤਰ੍ਹਾਂ ਬੰਨ੍ਹ ਦੇਵਾਂਗੇ, ਔਰ ਦੂਸਰੇ ਨੂੰ ਕਿਸੇ ਪੌਦੇ ਨਾਲ ਨਹੀਂ ਬੰਨਾਂਗੇ, ਇਸ ਤਰ੍ਹਾਂ ਹੀ ਉਹਨੂੰ ਬੰਨ੍ਹ ਕੇ ਧੁੱਪ ਦੇ ਵਿੱਚ ਰੱਖ ਦੇਵਾਂਗੇ। ਠੀਕ ਹੈ ਜੀ, ਆਹ ਦੇਖੋ ਇਹ ਬਿਲਕੁਲ ਖਾਲੀ ਹੈ, ਇਹਨੂੰ ਵੈਸੇ ਹੀ ਧੁੱਪ 'ਚ ਰੱਖਿਆ, ਔਰ ਦੂਸਰੇ ਨੂੰ ਕਿਸੇ ਪੌਦੇ ਦੇ ਨਾਲ ਅਸੀਂ ਬੰਨ੍ਹ ਦਿੱਤਾ। ਇਹ ਨਜ਼ਰ ਆ ਰਿਹਾ ਕਲੀਅਰ? ਫਿਰ ਅਸੀਂ ਇਹਨੂੰ ਧੁੱਪ 'ਚ ਦੋਵੇਂ ਪੋਲੀਥੀਨ ਨੂੰ ਰੱਖ ਦੇਵਾਂਗੇ, ਔਰ 2 ਘੰਟੇ ਬਾਅਦ ਇਹਨੂੰ ਦੁਬਾਰਾ ਖੋਲ ਕੇ ਦੇਖਾਂਗੇ। ਚਲੋ ਅਸੀਂ ਦੇਖਦੇ ਹਾਂ ਕਿ 2 ਘੰਟੇ ਬਾਅਦ ਇਹਨਾਂ ਨੂੰ ਕੀ ਹੋਇਆ। ਜਿਹੜਾ ਪਹਿਲਾ ਪੋਲੀਥੀਨ ਬੇਟਾ ਅਸੀਂ ਕਿਸੇ ਪੌਦੇ ਦੇ ਨਾਲ ਬੰਨਿਆ ਸੀ, ਉਸ ਵਿੱਚ ਤੁਸੀਂ ਦੇਖੋਗੇ ਕਲੀਅਰ ਕੱਟ ਪਾਣੀ ਦੀਆਂ ਡ੍ਰੌਪਸ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ। ਇਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਜਿਹੜਾ ਪੋਲੀਥੀਨ ਦੇ ਵਿੱਚ ਇਕੱਠਾ ਹੋ ਜਾਏਗਾ, ਜਿਹੜਾ ਅਸੀਂ ਕਿਸੇ ਪੌਦੇ ਨਾਲ ਬੰਨਿਆ। ਠੀਕ ਹੈ ਜੀ, ਔਰ ਜਿਹੜਾ ਦੂਸਰਾ ਪੋਲੀਥੀਨ ਅਸੀਂ ਵੈਸੇ ਹੀ ਧੁੱਪ ਦੇ ਵਿੱਚ ਰੱਖਿਆ ਹੈ, ਠੀਕ ਹੈ, ਉਹਨੂੰ ਕਿਸੇ ਪੌਦੇ ਨਾਲ ਨਹੀਂ ਬੰਨਿਆ, ਉਹਦੇ ਵਿੱਚ ਕੋਈ ਵੀ ਇੱਦਾਂ ਦੀਆਂ ਪਾਣੀ ਦੀਆਂ ਡ੍ਰੌਪਸ ਜਿਹੜੀਆਂ ਨੇ ਉਹ ਨਜ਼ਰ ਨਹੀਂ ਆ ਰਹੀਆਂ। ਠੀਕ ਹੈ ਜੀ, ਇਹ ਵੈਸੇ ਖਾਲੀ ਹੈ, ਔਰ ਦੂਸਰਾ ਜਿਹੜਾ ਸੀ ਉਹਨੂੰ ਪੌਦੇ ਦੇ ਨਾਲ ਬੰਨਿਆ ਹੋਇਆ ਹੈ। ਠੀਕ ਹੈ ਜੀ। ਪੌਦੇ ਵਾਸ਼ਪ ਉਤਸਰਜਨ ਕਿਉਂ ਕਰਦੇ ਹਨ? ਜਿੰਨਾ ਪਾਣੀ ਪੌਦਿਆਂ ਨੂੰ ਪ੍ਰਕਾਸ਼ ਸੰਸਲੇਸ਼ਨ ਕਰਨ ਲਈ ਚਾਹੀਦਾ ਹੁੰਦਾ ਹੈ, ਉਹਨਾਂ ਉਹ ਵਰਤ ਲੈਂਦੇ ਹਨ। ਉਸ ਤੋਂ ਇਲਾਵਾ ਬਾਕੀ ਪਾਣੀ ਜਿਹੜਾ ਹੈ ਉਹ ਬੂੰਦਾਂ ਦੇ ਰੂਪ ਵਿੱਚ ਉਹ ਵਾਯੂਮੰਡਲ ਵਿੱਚ ਛੱਡਦੇ ਰਹਿੰਦੇ ਹਨ, ਜਿਸ ਨੂੰ ਅਸੀਂ ਵਾਸ਼ਪ ਉਤਸਰਜਨ ਕਹਿੰਦੇ ਹਾਂ। ਲਿਫਾਫਾ ਅਸੀਂ ਇਸ ਲਈ ਬੰਨ੍ਹਦੇ ਹਾਂ ਪੌਦੇ ਦੇ ਉੱਪਰ, ਤਾਂ ਕਿ ਉਹ ਵਾਸ਼ਪ ਕਣਾਂ ਨੂੰ ਅਸੀਂ ਉਸ ਦੇ ਅੰਦਰ ਪੋਲੀਥੀਨ ਦੇ ਅੰਦਰ ਇਕੱਠਾ ਕਰ ਸਕੀਏ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪਾਠ ਨੂੰ ਬੜੇ ਅੱਛੇ ਤਰੀਕੇ ਨਾਲ ਯਾਦ ਕਰੋਗੇ, ਔਰ ਹੋਰ ਵੀ ਇੰਟਰਸਟ ਲਓਗੇ। ਬਾਕੀ ਆਪਣੇ ਆਸ-ਪਾਸ ਜੋ ਪੌਦੇ ਨੇ ਉਹਨਾਂ ਨੂੰ ਵੀ ਓਬਜ਼ਰਵ ਕਰੋਗੇ। ਤੁਸੀਂ ਸਾਰੇ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ। ਬੇਟਾ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ, ਔਰ ਆਪਣੀ ਪੜ੍ਹਾਈ ਦਾ ਵੀ ਧਿਆਨ ਰੱਖਣਾ ਹੈ। ਜੈ ਹਿੰਦ, ਗੋਡ ਬਲੈਸ ਯੂ, ਥੈਂਕ ਯੂ ਸੋ ਮਚ।